करत सारे गुर बाणी कहे सेवक जन मानै परतख गुरु निस्तार बाणी बिरलो विचारसी जे को गुरमुख हो एह बाणी महापुरख की निज कर वासा होए। बसंत महला पहला सोहने का चहुका कंचन को वार रुपए किया काराम बहुत विस्तार गंगा का उदक करंते किया गरुड़ा खाना दूध स्यों गाड़ रे मन लेख कबहू ना पाए जाम न पीजै साच नाए रहाओ। 10 8 लिखे होवें पास चारे वेद मुखागर पाठ पूरबी नाम वर्णा की दात वरत नेम करे दिन रात काजी मुल्लाम होवें शेख जोगी जंगम पगवें पेख को गिरही कर्मा की संद बिन बूझे सब खड़ियस बंद जिते जी लिखी सिर कार करनी ऊपर होवग सार हुक्म करें मूर्ख गवार नानक साचे के
सिफत पंडार हुक्म करैं मूरख गवार। नानक साचे के सिफत पंडार। वाहिगुरु जी का खालसा वाहिगुरु जी की फतेह। बसंत राग दा ये तीसरा शब्द है। इस दी विचार भाई जीवा सिंह जी दमदमी टकसाल चौंक मेहता आप जी। एक दिन का उन्हां दा समा है साडे पास। संगत वालों प्रबंधक सेवादार वालों भाई साहब जी का बहुत बहुत धन्यवाद। नौवें पातशाह गुरु तेग बहादुर साहब महाराज जी का शहीदी गुरपुरब 12 तरीक नूं है। 12 तरीक नूं ही नगर कीर्तन होवेगा। 13 तरीक दे विशेष समागम गुरुद्वारा रकाबगंज साहब होणगे। 10 तरीक नूं गुरु कलगीधर पिता गुरु गोबिंद सिंह महाराज जी का गुरता गद्दी निशानी गुरपुरब है। ये तीनों ही दिन सेवा करके हाजरियां भर के गुरु की बख्शिशां प्राप्त करनियां जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। हे प्राणनाथ गोबिंद है कृपा निधान जगत गुरु। हे संसार ताप हरण है करुणा मैं सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव है। सतनाम श्री वाहिगुरु साहिब जीओ। बसंत महला पहला सोयने का चौका कंचन कुवार। रुपए किया कारा बहुत विस्तार। सोयने का चौका कंचन कुवार। पतत पावन भगत वत्सल कृपा निधान दसां पातशाहियां दी जोत। बाणी गुरु गुरु है बाणी चवर छतर तख्त दे मालक जुगो जुग अटल साहिब श्री गुरु ग्रंथ साहिब जी महाराज। सतगुरां दी पावन पवित्र हजूरी अंदर
ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਸਥਾਨ ਉੱਪਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਰਹਿਮਤ ਸਦਕਾ ਆਸਾ ਜੀ ਦੀ ਵਾਰ ਦੇ ਪਵਿੱਤਰ ਕੀਰਤਨ ਤੋਂ ਉਪਰੰਤ ਲੜੀਵਾਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਂ ਹੋਇਆ ਹੈ, ਜਿਸ ਵਿੱਚ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਬਸੰਤ ਰਾਗ ਦੀ ਕਥਾ ਸ਼ਰਵਣ ਕਰਦੇ ਆ ਰਹੇ ਹੋ। ਜਗਤ ਗੁਰੂ ਜੋਤ ਰੂਪ ਹਰ ਆਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਆਪਣੇ ਅਖੀਰਲੇ ਸਮੇਂ ਦੇ ਵਿੱਚ ਸੰਸਾਰ ਸਮੁੰਦਰ ਦਾ ਪਾਰ ਉਤਾਰਾ ਕਰਦੇ ਹੋਏ ਨਾਮ ਦਾ ਬੀਜ ਸਾਰੇ ਸੰਸਾਰ ਦੇ ਵਿੱਚ ਬੀਜਣ ਤੋਂ ਉਪਰੰਤ ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਦੀ ਪਵਿੱਤਰ ਨਗਰੀ ਧਰਤੀ ਵਸਾਈ ਹੈ। ਅਖੀਰਲੇ ਸਮੇਂ ਰਾਵੀ ਦਰਿਆ ਦੇ ਕੰਢੇ ਉੱਪਰ ਕਰਤਾਰਪੁਰ ਸਾਹਿਬ ਵਿਖੇ ਨਿਵਾਸ ਰੱਖਿਆ। ਅੱਜ ਗੁਰੂ ਨੇ ਰਹਿਮਤ ਕੀਤੀ ਹੈ, ਹਰ ਰੋਜ਼ ਸਿੱਖ ਅਰਦਾਸ ਕਰਦਾ ਸੀ ਕਿ ਸ੍ਰੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਜਿੰਨੇ ਵੀ ਗੁਰਧਾਮ ਨੇ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਪ੍ਰਾਪਤ ਹੋਵੇ। ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਇਹੋ ਜਿਹਾ ਸੁਭਾਗ ਸਮਾਂ ਵੀ ਪ੍ਰਾਪਤ ਹੋਇਆ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਕਿਰਪਾ ਬਣੀ ਰਹੀ, ਸਿੱਖ ਸੰਗਤਾਂ ਨੂੰ ਪ੍ਰਾਪਤ ਹੋਣਗੇ। ਰਾਵੀ ਦਰਿਆ ਦੇ ਕੰਢੇ ਉੱਤੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਬਿਰਾਜਮਾਨ ਨੇ। ਇੱਕ ਕਰਮਕਾਂਡੀ ਬ੍ਰਾਹਮਣ, ਜਿਸ ਦਾ ਕਰਮਕਾਂਡ ਦੇ ਵਿੱਚ ਬੜਾ ਭਾਰੀ ਯਕੀਨ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਕਰਮਕਾਂਡ ਦੀ ਵਿਆਖਿਆ ਕਰਦੇ ਹੋਏ ਵਿਦਵਾਨ ਲਿਖਦੇ ਨੇ ਕਿ ਵੇਦ ਦਾ 1 ਲੱਖ ਮੰਤਰ, ਜਿਸ ਵਿੱਚੋਂ 4000 ਜਿਹੜਾ ਮੰਤਰ ਹੈ, ਸ਼ਲੋਕ ਹੈ ਜਾਂ ਸ਼ੁਰਤੀਆਂ ਨੇ, ਉਹਨਾਂ ਵਿੱਚ ਗਿਆਨ ਕਥਨ ਕੀਤਾ ਗਿਆ ਹੈ। ਵੇਦ ਦਾ ਨਿਚੋੜ ਨੇ 16000 ਜਿਹੜਾ ਸ਼ਲੋਕ ਹੈ, ਉਸ ਵਿੱਚ ਉਪਾਸਨਾ ਕਥਨ ਕੀਤੀ ਗਈ ਹੈ, ਔਰ 80000
ਸ਼ਲੋਕ ਕਹਿ ਲੋ, ਮੰਤਰ ਕਹਿ ਲੋ, ਸਿਰਫ ਕਰਮ ਹੀ ਕਥਨ ਕੀਤਾ ਗਿਆ ਹੈ। ਕਰਮ ਕਾਂਡ ਜਿਹਨੂੰ ਕਿਹਾ ਜਾਂਦਾ ਹੈ। ਕਰਮ ਕਾਂਡ ਦੇ ਵਿੱਚ ਮੁੱਖ ਹੈ ਯੱਗ। ਬਾਅਦ ਦੇ ਸਮੇਂ ਦੇ ਵਿੱਚ ਇਹਦੇ ਵਿੱਚ ਸ਼ਾਸਤਰਾਂ ਦੀ ਆਗਿਆ ਅਨੁਸਾਰ, ਸ਼ੁਰਤੀ ਸਿਮਰਤੀ ਮਮਈ ਵਾਗਿਆ, ਇਸ ਬਚਨ ਅਨੁਸਾਰ ਧਾਰਮਿਕ ਰਸਮ ਰਿਵਾਜ ਰੀਤੀ ਜੋ ਵੀ ਬ੍ਰਾਹਮਣ ਲੋਕ ਕਰਦੇ ਨੇ ਔਰ ਜਿਹਦੇ ਇਵਜ਼ ਦੇ ਵਿੱਚ ਦਕਸ਼ਣਾ ਲੈਂਦੇ ਨੇ, ਉਹਨੂੰ ਸਾਰੇ ਨੂੰ ਹੀ ਕਰਮ ਕਾਂਡ ਕਹਿ ਦਿੱਤਾ ਜਾਂਦਾ ਹੈ। ਮੁੱਖ ਵੈਸੇ ਇਹਦੇ ਵਿੱਚ ਯੱਗ ਹੀ ਆਉਂਦਾ ਹੈ। ਬਾਕੀ ਰਸਮ ਰਿਵਾਜ ਇਹਦੇ ਵਿੱਚ ਸਿਮਰਤੀਕਾਰਾਂ ਨੇ ਸ਼ਾਮਲ ਕੀਤੇ ਨੇ। ਇਹਦੇ ਪਰਥਾਏ ਇਹ ਯਕੀਨ ਕਰਨ ਵਾਲਾ ਬ੍ਰਾਹਮਣ ਸੀ ਜਿਸ ਨੂੰ ਇਸ ਗੱਲ ਉੱਪਰ ਪੂਰਨ ਯਕੀਨ ਸੀ ਨਾ ਕਸ਼ਚਿਦ ਵੇਦ ਵੇਦ ਕਰਤਾ ਚਤੁਰਮੁਖਾ। ਵੇਦ ਨੂੰ ਬਣਾਉਣ ਵਾਲਾ ਹੋਰ ਕੋਈ ਨਹੀਂ ਆ, ਨਾ ਕਸ਼ਚਿਦ ਵੇਦ ਵੇਦ ਸਿਮਰਤਾ ਚਤੁਰਮੁਖਾ। ਵੇਦ ਦਾ ਸਿਰਫ ਸਿਮਰਨ ਹੋਇਆ ਵਾ, ਵੇਦ ਸੰਪੂਰਨ ਹੋਇਆ ਵਾ। ਵੇਦ ਬੰਦੇ ਦਾ ਰਚਿਆ ਨਹੀਂ ਹੈ, ਰੱਬ ਦਾ ਹੈ। ਇਸ ਤਰ੍ਹਾਂ ਦਾ ਯਕੀਨ ਕਰਨ ਵਾਲਾ ਸੀ ਔਰ ਇਹਦੀ ਇਹ ਭਾਵਨਾ ਸੀ ਜੋ ਯਸਯ ਇਸ਼ਯਤੀ ਤਸਯ ਤਤ। ਜਿਵੇਂ ਕਾਠ ਉਪਨਿਸ਼ਦ ਦੇ ਵਿੱਚ ਲਿਖਿਆ ਹੈ, ਜਿਹੜਾ ਜਿਹੜੀ ਭਾਵਨਾ ਕਰਕੇ ਕਰਮ ਕਾਂਡ ਕਰੇਗਾ ਉਹਨੂੰ ਉਹ ਫਲ ਪ੍ਰਾਪਤ ਹੋਵੇਗਾ। ਇੱਦਾਂ ਦੀ ਭਾਵਨਾ ਵਾਲਾ ਇਹ ਬ੍ਰਾਹਮਣ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਨੇ ਆਪ ਉਸ ਸਮੇਂ ਹੱਥੀਂ ਖੇਤੀ ਕਰਦੇ ਸੀ, ਜਿਨ੍ਹਾਂ ਨੇ ਐਸਾ ਉਪਦੇਸ਼ ਵੀ ਦਿੱਤਾ ਹੈ, ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਅਮਲਾਂ ਦੀ ਧਰਤੀ ਦੇ ਵਿੱਚ ਨਾਮ ਦਾ ਬੀਜ ਬੀਜਣਾ, ਐਸੀ ਖੇਤੀ ਦੀ ਸਿੱਖਿਆ ਦੇ ਰਹੇ ਸੀ ਤੇ ਖੇਤੀ ਦੀ ਉਪਜ ਤੋਂ ਹੀ ਸੱਚੇ ਪਾਤਸ਼ਾਹ ਲੰਗਰ ਚਲਾਉਂਦੇ ਸੀ। ਪੂਜਾ ਦਾ ਪੈਸਾ, ਚੜਾਵੇ ਦਾ ਪੈਸਾ, ਇਹਨੂੰ ਲੰਗਰ ਦੇ ਵਿੱਚ ਸਤਿਗੁਰੂ ਨਹੀਂ ਵਰਤਦੇ ਸੀ, ਕਿਉਂਕਿ ਸਿੱਖ ਇਤਿਹਾਸ ਅੰਦਰ ਜਾਂ ਸਿੱਖ ਗੁਰਮਤ ਫਿਲਾਸਫੀ ਅੰਦਰ ਚੜਾਵੇ ਦੇ ਪੈਸੇ ਦੀ ਵਰਤੋਂ ਬਾਰੇ ਬੜੇ ਖਾਸ ਔਰ ਸਖਤ ਨਿਯਮ ਨੇ। ਜਿਹੜਾ ਇਹਨਾਂ ਦੀ ਪਾਲਣਾ ਨਹੀਂ ਕਰੇਗਾ ਉਸ ਬਾਰੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਿਵੇਂ ਦੁੱਧ ਦੀ ਚਾਟੀ ਭਰੀ ਹੋਵੇ, ਦੁੱਧ ਦਾ ਘੜਾ ਭਰਿਆ ਹੋਵੇ, ਇੱਕ ਨਿੱਕੀ ਜੀ ਕਾਂਜੀ ਦੀ ਚੁੱਖ ਕਹਿ ਲਓ, ਕਾਂਜੀ ਦਾ ਛਿੱਟਾ ਕਹਿ ਲਓ, ਖਟਿਆਈ ਦੀ ਨਿੱਕੀ ਜੀ ਬੂੰਦ ਸਾਰੇ ਹੀ ਦੁੱਧ ਦੇ ਘੜੇ ਨੂੰ ਵਿਗਾੜ ਦਿੰਦੀ ਹੈ। ਇੱਕ ਬੂੰਦ ਹੀ ਬੜੀ ਹੈ। ਦੂਸਰੀ ਉਦਾਹਰਣ ਦੇ ਕੇ ਕਹਿੰਦੇ ਨੇ, ਸੈਂਕੜੇ ਮਣ ਰੂੰ ਪਿਆ ਹੋਵੇ, ਇੱਕ ਨਿੱਕੀ ਜੀ
ਚੰਗਿਆਰੀ ਉਹਨੂੰ ਭਸਮ ਕਰ ਦਿੰਦੀ ਹੈ। ਤੀਸਰੀ ਉਦਾਹਰਣ ਦਿੰਦੇ ਨੇ ਕਿ ਜਿਵੇਂ ਪਾਣੀ ਨੂੰ ਬੂਰ ਖਰਾਬ ਕਰ ਦਿੰਦਾ ਹੈ, ਦਰਖਤ ਨੂੰ ਲਾਖ ਖਤਮ ਕਰ ਦਿੰਦੀ ਹੈ, ਇਸੇ ਤਰ੍ਹਾਂ ਪੰਜਵੀਂ ਉਦਾਹਰਣ ਦਿੰਦੇ ਨੇ ਕਿ ਜਿਵੇਂ ਪੰਛੀ ਚੋਗੇ ਦੀ ਭੁੱਖ ਦੇ ਵਿੱਚ ਫਸ ਜਾਂਦਾ ਹੈ, ਇੱਦਾਂ ਜਿਹੜੇ ਚੜਾਵੇ ਦੇ ਪੈਸੇ ਦੀ ਇੱਛਾ ਰੱਖਦੇ ਨੇ ਜਾਂ ਉਹਨੂੰ ਵਰਤਦੇ ਨੇ ਆਪਣੀ ਲੋੜ ਤੋਂ ਵੱਧ, ਉਹਨਾਂ ਦਾ ਜੀਵਨ ਵੀ ਇਸੇ ਤਰ੍ਹਾਂ ਹੀ ਤਬਾਹ ਹੁੰਦਾ ਹੈ ਜਿਵੇਂ ਪਿਛਲੀਆਂ ਉਦਾਹਰਨਾਂ ਦਿੱਤੀਆਂ ਨੇ। ਭਾਈ ਸਾਹਿਬ ਜੀ ਦੇ ਪਵਿੱਤਰ ਬਚਨ ਆਪਾਂ ਪੜ੍ਹਦੇ ਹਾਂ, ਉਹਨਾਂ ਨੇ ਇਸ ਗੱਲ ਉੱਤੇ ਬੜਾ ਜ਼ੋਰ ਦਿੱਤਾ ਹੈ। ਲਿਖਦੇ ਨੇ, ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁੱਖੈ, ਸਹਿਸ ਮਣਾ ਰੂਈ ਜਲੈ, ਚੰਗਿਆਰੀ ਧੁਖੈ, ਬੂਰ ਬਣਾ ਹੈ ਪਾਣੀਏ, ਰਾਖੋ ਲਾਖ ਰੁਖੈ। ਇੰਨੇ ਦ੍ਰਿਸ਼ਟਾਂਤ ਦੇ ਕੇ ਆਪ ਸਿੱਟਾ ਕੱਢਦੇ ਨੇ, ਤਿਉ ਅਜਰ ਝਾਕ ਭੰਡਾਰ ਦੀ ਵਿਆਪੈ ਮਨ ਮੁਖੈ। ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਵੀ ਇਹ ਬੜੀ ਭਾਰੀ ਸਿੱਖਿਆ ਆਉਂਦੀ ਹੈ। ਗੁਰਮੁਖ ਪਿਆਰੇ ਸਤਿਪੁਰਖ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਕਿਸੇ ਨੇ ਘਿਓ ਦਾ ਘੜਾ ਚੜਾਇਆ ਲੰਗਰ ਦੇ ਵਿੱਚ ਤੇ ਲਾਂਗਰੀ ਨੇ ਉਹਨੂੰ ਅੰਦਰ ਲੁਕੋ ਕੇ ਰੱਖ ਲਿਆ। ਘਿਓ ਏਡਾ ਵਧੀਆ ਸੀ, ਏਡੀ ਸੋਹਣੀ ਉਹਦੀ ਮਹਿਕ ਸੀ। ਅੱਜ ਕੱਲ੍ਹ ਤੇ ਤੁਹਾਨੂੰ ਪਤਾ ਵੀ ਹਰੇਕ ਚੀਜ਼ ਦੇ ਵਿੱਚ ਹੀ ਮਿਲਾਵਟ ਹੈ। ਘਿਓ ਦੀ ਮਹਿਕ ਉੱਤੇ ਮੋਹਤ ਹੋਇਆ, ਲੁਕੋ ਕੇ ਉਹਨੂੰ ਕਮਰੇ 'ਚ ਬਾਰੀ ਦੇ ਵਿੱਚ ਅਲਮਾਰੀ ਦੇ ਵਿੱਚ ਰੱਖ ਲਿਆ। ਰੋਜ਼ ਥੋੜਾ ਥੋੜਾ ਪਾ ਕੇ ਖਾਇਆ ਕਰੇ ਤੇ ਬੜਾ ਖੁਸ਼ ਹੋਇਆ ਕਰੇ। ਅਖੀਰ ਸਾਰੇ ਸਰੀਰ ਤੇ ਹੀ ਫਿੰਸੀਆਂ ਫੋੜੇ ਹੋ ਗਏ। ਆਣ ਕੇ ਮਹਾਂਪੁਰਖਾਂ ਨੂੰ ਬੇਨਤੀ ਕਰਦਾ ਕਿ ਬਾਬਾ ਜੀ, ਤੁਹਾਡੇ ਕੋਲੇ ਬੜੀ ਸੰਗਤ ਆਉਂਦੀ ਹੈ, ਅਰਦਾਸਾਂ ਬੇਨਤੀਆਂ ਕਰਦੇ ਨੇ, ਆਪ ਸਭਨਾਂ ਨੂੰ ਗੁਰਬਾਣੀ ਦੇ ਲੜ ਲਾਉਂਦੇ ਹੋ, ਤੇ ਮੈਂ ਤੁਹਾਡੇ ਚਰਨਾਂ 'ਚ ਹੀ ਰਹਿਣਾ, ਲੰਗਰ ਦੀ ਸੇਵਾ ਕਰਦਾ। ਕਿਉਂ ਬਾਬਾ ਜੀ ਲੰਗਰ ਬਹੁਤ ਚਲਾਉਂਦੇ ਸੀ ਤੇ ਮੇਰਾ ਰੋਗ ਵੀ ਕੱਟੋ, ਮੇਰੇ ਸਾਰੇ ਸਰੀਰ ਤੇ ਫਿੰਸੀਆਂ ਫੋੜੇ ਹੋ ਗਏ ਨੇ। ਮਹਾਂਪੁਰਖ ਕਹਿੰਦੇ, ਤੂੰ ਤਾਂ ਸੇਵਾ ਕਰਦਾ, ਤੇਰੇ ਕਿਉਂ ਹੋਣ ਬਈ? ਸੇਵਾ ਸਿਮਰਨ ਨਾ ਕਰੇ ਉਹਦੇ ਤੇ ਹੋਣ। ਤਾਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਤੇ ਸੰਤ ਬੜੇ, ਆਪ ਜੀ ਨੂੰ ਪਤਾ, ਡੂੰਘੀ ਦ੍ਰਿਸ਼ਟੀ ਵਾਲੇ, ਲੰਮੀ ਦ੍ਰਿਸ਼ਟੀ ਵਾਲੇ, ਉਹਨਾਂ ਸੋਚ ਕੇ ਆਖਿਆ, ਭਾਈ ਤੇਰੇ ਤੋਂ ਕੋਈ ਗਲਤੀ ਹੋਈ ਹੋਵੇਗੀ। ਤਾਂ ਉਹਨੇ ਬੇਨਤੀ ਕੀਤੀ, ਜੀ ਗਲਤੀ ਤੇ ਕੋਈ ਨਹੀਂ ਕੀਤੀ। ਅਖੀਰ ਜਾਣੀ ਜਾਣ ਸਨ ਕਹਿਣ ਲੱਗੇ, ਜਿਹੜਾ ਉਹ ਘਿਓ ਦਾ ਘੜਾ ਚੜਿਆ ਸੀ ਉਹਦਾ ਕੀ ਕੀਤਾ ਸੀ? ਉਹਨੇ ਸੱਚ ਸੱਚ ਕਹਿ ਦਿੱਤਾ, ਮਹਾਰਾਜ ਮਨ ਬੇਈਮਾਨ ਹੋ ਗਿਆ। ਤੁਹਾਨੂੰ ਪਤਾ ਮਨ ਦਾ ਕੀ ਭਰੋਸਾ, ਇਹਨੇ ਕਿੱਥੇ ਬੇਈਮਾਨ ਹੋ ਜਾਣਾ ਹੈ। ਕਬਹੂ ਜੀੜਾ ਊਬ ਚੜ੍ਹਤ ਹੈ। ਕਈ ਵਾਰੀ ਤੇ ਇੰਨਾ ਉੱਚਾ ਚਲੇ ਜਾਂਦਾ ਹੈ ਵੀ ਲੱਖਾਂ ਰੁਪਈਆ ਪਿਆ ਹੋਵੇ, ਭਾਵੇਂ ਪਰਵਾਹ ਨਹੀਂ ਕਰਦਾ, ਹੱਥ ਨਹੀਂ ਲਾਉਂਦਾ। ਕਬਹੂ ਜਾਏ ਪਿਆਲੇ, ਕਈ ਵਾਰੀ ਇੰਨਾ ਨੀਵਾਂ ਡਿੱਗ ਪੈਂਦਾ ਹੈ ਵੀ ਹੋ ਸਕਦਾ ਹੈ ਵੀ ਰੁਪਈਏ ਤੇ ਵੀ ਬੇਈਮਾਨ ਹੋ ਜੇ।
क्यों मन का यकीन तो कोई है ही नहीं भी इन्हें किधर नूं तुरना है। उन्हें बेनती की तो महापुरख कहते फिर जिहदी जिद्दां दी सुखना सी, उन्होंने रोग सी, दुख सी, उन्हें चढ़ाया सी भी कटिया जावे, जे थोड़ा थोड़ा वरत जांदा ते सब नूं थोड़ा थोड़ा हिस्सा आउणा सी। हुण तूं कल्ले ने खाधा है ते कल्ले नूं ही हिसाब देना पवेगा। बड़े बड़े इहो जे दृष्टांत ये तो चलो सिखां दे जीवन दे ने, संतां दे जीवन दे ने, गुरु साहब दे जीवन दे विच भी बड़े इहो जे दृष्टांत आउंदे। चढ़ावे दा पैसा जिहड़ा है इहदे बारे बड़ा सोहना एक महापुरखां दे जीवन दे विच भी दृष्टांत आउंदा। नवीं नवीं कमेटी बनी, ग्रंथी ਸਿੰਘਾਂ ਦੀ घाट, विद्वानां ਦੀ घाट। संत महापुरख जिन्हां ने 72 साल गुरबाणी का निष्काम कीर्तन सचखंड श्री हरमंदर साहब कीता, उन्हां पास कमेटी ने बेनती की कि भाई ठाकुर सिंह जी नूं सानू दे दो, असी सचखंड श्री हरमंदर साहब ग्रंथी लाउणा। भाई ठाकुर सिंह जी नूं संतां ने आख्या भी तुसी सेवा लै लो, हरमंदर साहब तो वड्डा कोई नहीं है, पता नहीं तेरे कोई कर्म भाग जागे ने। तो भाई ठाकुर सिंह जी सेवा लैण नूं तैयार हो गए, पर नाल एक उन्हां दे मन च भै सी कि महाराज ये जिहड़ी सेवा मैनूं देणगे उहदे वट्टे कुछ ना कुछ देणगे तां जरूर, पर वो तां संगत दा पैसा होवेगा, गोलक चों ही देणगे, संगत दा रुपया होवेगा, चढ़ावा होवेगा। इस करके मैनूं भै लगदा है। चलो संत चढ़ाई कर गए, पिछों फिर एक बारी महापुरख बाबा गुरमुख सिंह जी पटियाले वाले कार सेवा कराउंदे पए सी। एक बारी फिर श्रोमणी कमेटी ने आख्या कि भाई ठाकुर सिंह जी नूं तुसीं कहो, तां संतां ने आख्या भाई सचखंड श्री हरमंदर साहिब तो वड्डा इस धरती उत्ते कोई पवित्र स्थान नहीं। असली सचखंड जे धरती ते देखना है, आसमानी सचखंड ते रब ही जानदा होवेगा, जां जेड़े उत्थे पहुंचदे होणगे, पर जे नेत्रां नाल दर्शन करने ते यही है बस। ते तुसीं सेवा करो। कहंदे महाराज भी मैं सेवा करन तो पिछे नहीं हटदा, पर मैनू एक डर आ भी चढ़ावे दा पैसा लैके मैं कित्थे जाऊंगा। तां महापुरख कहंदे भाई ठाकुर सिंह चढ़ावे दा पैसा वैसे जहर हुंदा है, मोहरा हुंदा है, मोहरा। उन्हें शब्द वरत्या उत्थे मोहरा, पर कहंदे जिहड़ा सियाणा वैद आ ना, जिहड़ा सियाणा वैद है, ये मोहरे नूं मार के, भाव अग उत्ते गर्म करके मार के, बूटियां पा के रगड़ के, उसे जहर नूं मोहरे नूं दवाई बना दिंदा, औषधि बना दिंदा। ते वो दवाई फिर बनी जहर तो ही है, पर सियाणे वैद ने उहदे विच बूटियां पा के रगड़ के उन्होंने ता दे के अमृत बना दिता। हुण जे उन्होंने खाओगे तो वह मारूगी नहीं, सगों जीवन दोगे। इसे तरह जिन्ने गुरु घर च सेवा करनी आ, वो चढ़ावे दे पैसे नूं सेवा ते सिमरन करके खावे। दवाई बना के खावे, अमृत बना के खावे, तां कहंदे कोई नुकसान नहीं हुंदा, सगों जीवन होर उच्चा सुच्चा हुंदा, होर रब दे नेड़े हुंदा। ते जे रवे गुरु घर च ते सेवा कोई नहीं, सिमरन कोई नहीं, तां फिर तां नुकसान है।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਸੀ ਸਿੱਖਾਂ ਨੇ, ਮਹਾਰਾਜ ਕਿੰਨੀ ਕੁ ਮਾਇਆ ਲੈਣੀ ਚਾਹੀਦੀ ਹੈ ਗੁਰੂ ਘਰ ਦੇ ਵਿੱਚੋਂ? ਤਾਂ ਉਹਨਾਂ ਬੜਾ ਸੋਹਣਾ ਆਖਿਆ ਸੀ ਕਿ ਔਰਤ ਈਮਾਨ, ਦੌਲਤ ਗੁਜ਼ਰਾਨ ਔਰ ਪੁੱਤਰ ਨਿਸ਼ਾਨ। ਗੁਜ਼ਾਰੇ ਮਾਤਰ ਗੁਰੂ ਘਰ ਦੀ ਮਾਇਆ ਪ੍ਰਵਾਨ ਕਰਨੀ ਚਾਹੀਦੀ, ਉਹ ਵੀ ਸੇਵਾ ਸਿਮਰਨ ਕਰਕੇ। ਧੰਨ ਗੁਰੂ ਨਾਨਕ ਦੇਵ ਸਾਹਿਬ ਇੱਕੋ ਇੱਕ ਸੰਸਾਰ ਵਿੱਚ ਐਸੇ ਰਹਿਬਰ ਹੋਏ ਨੇ ਜਿਨ੍ਹਾਂ ਕਿਰਤ ਦਾ ਲੰਗਰ ਚਲਾਇਆ ਹੈ, ਕਮਾਈ ਦਾ ਲੰਗਰ ਚਲਾਇਆ ਹੈ। ਐਸੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉਸ ਬ੍ਰਾਹਮਣ ਨੂੰ ਕਹਿਣ ਲੱਗੇ ਵੀ ਲੰਗਰ ਚੋਂ ਪ੍ਰਸ਼ਾਦਾ ਛਕ ਲਾ। ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਕਰਮ ਕਾਂਡੀ ਹਾਂ, ਮੈਂ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕ ਸਕਦਾ। ਤੁਹਾਡੇ ਤਾਂ ਜਾਤ ਪਾਤ ਦਾ ਭੇਦ ਰੱਖਦੇ ਹੀ ਨਹੀਂ ਹੈ। ਬਣਾਉਣ ਵਾਲੇ ਵੀ ਸਾਰੀਆਂ ਹੀ ਜਾਤਾਂ ਦੇ ਬਣਾਈ ਜਾਂਦੇ ਨੇ, ਵਰਤਾਉਣ ਵਾਲੇ ਵੀ ਸਾਰੀਆਂ ਹੀ ਜਾਤਾਂ ਦੇ ਵਰਤਾਈ ਜਾਂਦੇ, ਤੇ ਖਾਣ ਵੇਲੇ ਵੀ ਸਾਰੀਆਂ ਜਾਤਾਂ ਦੇ ਇੱਕ ਪੰਗਤ 'ਚ ਬਹਿ ਕੇ ਖਾਈ ਜਾਂਦੇ। ਕਿਉਂ? ਗੁਰੂ ਘਰ 'ਚ ਜਾਤ ਨਹੀਂ ਮੰਨੀ, ਜੀਵਨ ਜ਼ਰੂਰ ਮੰਨਿਆ। ਇੱਥੇ ਜੀਵਨ ਦੀ ਪ੍ਰਧਾਨਤਾ ਹੈ, ਕਮਾਈ ਦੀ ਪ੍ਰਧਾਨਤਾ, ਜਾਤ ਦੀ ਪ੍ਰਧਾਨਤਾ ਨਹੀਂ। ਇੱਥੇ ਸਧਨਾ ਕਸਾਈ ਉਹਦੀ ਵੀ ਬਾਣੀ ਲਿਖੀ ਹੈ, ਇੱਥੇ ਕਬੀਰ ਸਾਹਿਬ ਦੀ ਵੀ ਬਾਣੀ ਲਿਖੀ ਹੈ, ਤੇ ਮਹਾਰਾਜ ਰਵਿਦਾਸ ਸਾਹਿਬ ਦੀ ਬਾਣੀ ਲਿਖੀ ਹੈ, ਉੱਥੇ ਪੰਡਤ ਬੇਣੀ ਜੀ ਦੀ ਵੀ ਬਾਣੀ ਲਿਖੀ ਹੈ, ਉੱਥੇ ਤਰਲੋਚਨ ਜੀ ਮਹਾਰਾਜ ਦੀ ਵੀ ਬਾਣੀ ਲਿਖੀ ਹੈ। ਤਾਂ ਮਹਾਰਾਜ ਨੂੰ ਕਹਿੰਦਾ ਮੈਨੂੰ ਤੁਸੀਂ ਸੁੱਕੀ ਰਸਤ ਦੇ ਦਿਓ, ਸੀਦਾ ਦੇ ਦਿਓ, ਆਟਾ ਦੇ ਦਿਓ, ਸੁੱਕਾ ਸਮਾਨ ਦੇ ਦਿਓ, ਮੈਂ ਬਣਾ ਲੈਂਦਾ। ਮਹਾਰਾਜ ਨੇ ਦਵਾਤਾ। ਹੁਣ ਇਹ ਜਿੱਥੇ ਮਿੱਟੀ ਪੁੱਟੇ ਉੱਥੋਂ ਹੱਡੀਆਂ ਨਿਕਲ, ਏਦਾਂ ਉਥਾਨਕਾ ਮਹਾਂਪੁਰਖ ਦੱਸਦੇ। ਅਖੀਰ ਫਿਰ ਪਛਤਾਇਆ ਵੀ ਮੈਨੂੰ ਮਹਾਰਾਜ ਤੇ ਕਿੰਤੂ ਨਹੀਂ ਸੀ ਕਰਨਾ ਚਾਹੀਦਾ, ਗੁਰੂ ਕੇ ਲੰਗਰ ਉੱਤੇ ਮੈਨੂੰ ਸ਼ੱਕ ਨਹੀਂ ਸੀ ਕਰਨਾ ਚਾਹੀਦਾ, ਵਹਿਮ ਨਹੀਂ ਸੀ ਕਰਨਾ ਚਾਹੀਦਾ। ਤਾਂ ਸਤਿਗੁਰੂ ਜੀ ਨੇ ਉਹਨੂੰ ਸ਼ੁਭ ਸਿੱਖਿਆ, ਸ਼ੁਭ ਮੱਤ ਜਿਵੇਂ ਦਿੱਤੀ ਹੈ। ਆਓ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਹਾਜ਼ਰੀ ਲਵਾਓ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਧੰਨ ਗੁਰੂ ਨਾਨਕ ਦੇਵ ਸਾਹਿਬ ਫਿਰ ਉਹਨੂੰ ਸ਼ੁਭ ਮੱਤ ਦਿੰਦੇ ਹਨ। ਸੋਨੇ ਕਾ ਚੌਂਕਾ ਕੰਚਨ ਕੁਵਾਰ। ਹੁਣ ਸੋਨੇ ਨੂੰ ਸਭ ਤੋਂ ਸ਼ੁੱਧ ਧਾਤ ਮੰਨਿਆ ਗਿਆ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਕਨਕ ਅਤ ਉੱਤਮ ਕੈ ਮਾਨ ਹੈ। ਸੋਨੇ ਨੂੰ ਧਾਤਾਂ ਦੇ ਵਿੱਚੋਂ ਸਭ ਤੋਂ ਉੱਤਮ ਮੰਨਿਆ, ਸ਼ੁੱਧ ਮੰਨਿਆ, ਪਵਿੱਤਰ ਮੰਨਿਆ। ਭਾਵੇਂ ਤੂੰ ਸੋਨੇ ਦਾ ਚੌਂਕਾ ਬਣਾ ਲਾ, ਰਸੋਈ ਤੋਂ ਬਾਹਰ ਖੁੱਲੇ ਥਾਂ ਉੱਤੇ ਥੋੜੀ ਜੀ ਜਗ੍ਹਾ ਉੱਤੇ ਜਿਹੜਾ ਵੱਖਰਾ ਆਪਣਾ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਚੁੱਲ੍ਹਾ ਬਣਾਉਣਾ, ਆਦਿਕ ਚੌਂਕਾ ਸੋਨੇ ਦਾ ਹੋਵੇ। ਤੇ ਕੰਚਨ ਕੁਵਾਰ, ਸੋਨੇ ਦੀ ਹੀ ਕੁਵਾਰ ਮੈਨੇ ਭਾਂਡੇ ਹੋਣ ਜਾਂ ਸੋਨੇ ਦੀਆਂ ਹੀ ਗਾਗਰਾਂ ਹੋਣ ਜਿਹਦੇ ਵਿੱਚ ਪਾਣੀ ਭਰ ਕੇ ਲਿਆਵੇ। ਰੁਪਏ ਕੀਆਂ ਕਾਰਾਂ ਬਹੁਤ ਵਿਸਥਾਰ। ਤੇ ਜਿਹੜੇ ਕਰਮ ਕਾਂਡੀ ਨੇ ਇਹ ਜਦੋਂ ਚੌਂਕਾ ਬਣਾ ਲੈਂਦੇ ਨੇ, ਫਿਰ ਆਲੇ ਦੁਆਲੇ ਕਾਰ ਕੱਢਦੇ ਨੇ, ਵੱਟ ਜੀ ਬਣਾਉਂਦੇ ਨੇ ਜਾਂ ਲਕੀਰ ਖਿੱਚਦੇ ਨੇ ਵੀ ਇਹਦੇ ਵਿੱਚ ਅੰਦਰ ਨਹੀਂ ਆਉਣਾ ਕਿਸੇ ਨੇ। ਤੇ ਜੇ ਕੋਈ ਉਹਦੇ ਲਾਗੇ ਖਲੋ ਜੇ ਨੀਵੀਂ ਜਾਤ ਦਾ ਬੰਦਾ ਤੇ ਉਹਦਾ ਪਰਛਾਵਾਂ ਵੀ ਪੈ ਜੇ ਚੌਂਕੇ 'ਚ, ਤਾਂ ਇਹ ਸਮਝਦੇ ਨੇ ਵੀ ਭਿੱਟਿਆ ਗਿਆ ਹੈ। ਉਹਦਾ ਪਰਛਾਵਾਂ ਵੀ, ਬੰਦੇ ਦੀ ਗੱਲ ਛੱਡੋ, ਬੰਦੇ ਦਾ ਪਰਛਾਵਾਂ ਵੀ ਅਪਵਿੱਤਰ ਮੰਨਦੇ। ਇਸ ਕਰਕੇ ਬਹੁਤ ਵਿਸਥਾਰ ਮੈਨੇ ਇੰਨੀ ਲੰਮੀ ਲਕੀਰ ਖਿੱਚੇ, ਇੰਨੀਆਂ ਲੰਮੀਆਂ ਕਾਰਾਂ ਖਿੱਚੇ ਵੀ ਜਿੱਥੋਂ ਪਰਛਾਵਾਂ ਨਾ ਚੌਂਕੇ ਵਿੱਚ ਪੈ ਸਕੇ, ਦੂਰ ਰਹਿਣ ਲੋਕ। ਤੇ ਉਹ ਕਾਰਾਂ ਲਕੀਰਾਂ ਕਾਹਦੀਆਂ ਖਿੱਚੇ? ਮਹਾਰਾਜ ਕਹਿੰਦੇ ਚਾਂਦੀ ਦੀਆਂ ਭਾਵੇਂ ਖਿੱਚ ਲੈ। ਗੰਗਾ ਕਾ ਉਦਕ ਕਰੰਤੇ ਕੀ ਆਗ। ਤੇ ਪਾਣੀ
ਕਿਹੜਾ ਵਰਤੇ। ਵੈਦਿਕ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਗੰਗਾ ਨੂੰ ਪਵਿੱਤਰ ਮੰਨਿਆ ਗਿਆ ਹੈ। ਗੰਗਾ ਦਾ ਪਾਣੀ ਵਰਤੇ। ਕਰੰਤੇ ਕੀ ਆਗ, ਅੱਗ ਵੀ ਦੋ ਤਰ੍ਹਾਂ ਦੀ ਮੰਨਦੇ ਨੇ, ਇੱਕ ਝੂਠੀ ਤੇ ਇੱਕ ਸੁੱਚੀ। ਸੁੱਚੀ ਅੱਗ ਕਿਹੜੀ ਮੰਨੀ ਜਾਂਦੀ ਆ? ਜਿਹੜੀ ਪੱਥਰਾਂ ਤੋਂ ਝਾੜੀ ਜਾਂਦੀ, ਜਾਂ ਫਿਰ ਇੱਕ ਖਾਸ ਕਿਸਮ ਦੀ ਲੱਕੜ ਮੰਨੀ ਜਾਂਦੀ ਹੈ। ਅਰਣੀ ਦਾ ਰੁੱਖ ਮੰਨਿਆ ਜਾਂਦਾ, ਉਹਦੇ ਦੋ ਡੰਡੇ ਬਣਾ ਕੇ ਇੱਕ ਡੰਡੇ ਵਿੱਚ ਛੇਕ ਕਰ ਲੈਂਦੇ ਨੇ, ਉਹ 'ਚ ਦੂਜਾ ਡੰਡਾ ਫਸਾ ਕੇ ਮਧਾਣੀ ਵਾਂਗ ਰੱਸੀ ਦੇ ਲਪੇਟੇ ਨਾਲ ਬੜੀ ਤੇਜ਼ ਉਹਨੂੰ ਘੁਮਾਉਂਦੇ ਨੇ। ਉਸ ਰਗੜ ਤੋਂ ਜਿਹੜੀ ਅੱਗ ਪੈਦਾ ਹੁੰਦੀ ਹੈ ਉਹਨੂੰ ਪਵਿੱਤਰ ਮੰਨਦੇ। ਜਾਂ ਫਿਰ ਤੀਸਰਾ ਅਰਥ ਮਹਾਂਪੁਰਖ ਕਰਦੇ ਨੇ, ਵਿਦਵਾਨ ਕਰਦੇ ਨੇ, ਯੱਗ ਦੀ ਅੱਗ। ਯੱਗ ਹੋਵੇ, ਉਹਦੇ ਵਿੱਚੋਂ ਅੱਗ ਲੈ ਕੇ ਚੌਂਕਾ ਤਿਆਰ ਕਰਨਾ, ਉਸ ਅੱਗ ਨੂੰ ਇਹ ਪਵਿੱਤਰ ਮੰਨਦੇ ਨੇ, ਸੁੱਚੀ ਮੰਨਦੇ ਨੇ। ਉਹਨੂੰ ਕਰੰਤੇ ਦੀ ਅੱਗ ਵੀ ਕਹਿ ਦਿੰਦੇ। ਇੰਨਾ ਕੁਝ ਪਵਿੱਤਰ ਆਪਣੀ ਸੋਚ ਮੁਤਾਬਕ ਸਾਫ਼ ਸੁੱਚਾ ਲੈ ਕੇ ਖਾਣਾ ਤਿਆਰ ਕਰੇ। ਤੇ ਖਾਣਾ ਵੀ ਕਿਹੜਾ? ਕਹਿੰਦੇ ਸਤੋ ਗੁਣੀ। ਕਿਹੜਾ ਖਾਣਾ? ਗਰੁੜਾ ਖਾਣਾ ਦੁੱਧ ਸਿਉ ਗਾੜ। ਗਰੁੜਾ ਇੱਕ ਖਾਸ ਕਿਸਮ ਦੇ ਚਾਵਲ, ਬੜੇ ਚਿੱਟੇ ਹੁੰਦੇ ਨੇ, ਖਾਸ ਕਿਸਮ ਦੇ ਹੁੰਦੇ ਨੇ। ਦੁੱਧ ਦੇ ਨਾਲ ਗੱਡ ਕੇ ਮੈਨੇ ਮਿਲਾ ਕੇ ਖੀਰ ਬਣਾ ਕੇ ਸਤੋਗੁਣੀ ਖਾਵੇ। ਇੰਨੀ ਵਿਧੀ ਮੁਤਾਬਕ ਖਾਣਾ ਤਿਆਰ ਕਰੇ, ਐਸਾ ਸੰਜਮ ਰੱਖੇ। ਤੇ ਮਹਾਰਾਜ ਜੀ ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਸਮਝੇ ਵੀ ਮੇਰਾ ਮਨ ਸਾਫ਼ ਹੋ ਜਾਏਗਾ, ਮਨ ਮੇਰਾ ਪਵਿੱਤਰ ਹੋ ਜਾਏਗਾ, ਜਾਂ ਇਹ ਮੇਰੇ ਕੀਤੇ ਹੋਏ ਕਰਮ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਣਗੇ, ਤਾਂ ਮਹਾਰਾਜ ਕਹਿੰਦੇ ਭੁਲੇਖੇ ਵਿੱਚ। ਸਤਿਗੁਰੂ ਜੀ ਕਹਿਣ ਲੱਗੇ, ਰੇ ਮਨ ਲਿਖੈ ਕਬਹੂ ਨਾ ਪਾਏ। ਇਹ ਮਨਾ, ਇੰਨੇ ਕਰਮ ਵੀ ਕਰ ਲਾ ਤਾਂ ਵੀ ਰੱਬ ਇਹਨਾਂ ਨੂੰ ਲੇਖੇ 'ਚ ਨਹੀਂ ਪਾਉਂਦਾ, ਮੈਨੇ ਪ੍ਰਵਾਨ ਨਹੀਂ ਕਰਦਾ। ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਸਾਡੀ ਸੇਵਾ ਲੇਖੇ 'ਚ ਪਾ ਲਓ, ਥਾਂਏ ਪਾ ਲਓ, ਮੈਨੇ ਪ੍ਰਵਾਨ ਕਰ ਲਓ, ਤਾਂ ਵੀ ਪਰਮੇਸ਼ਰ ਪ੍ਰਵਾਨ ਨਹੀਂ ਕਰਦਾ। ਜਾਮ ਨਾ ਭੀਜੈ ਸਾਚ ਨਾਏ। ਜਿੰਨਾ ਚਿਰ ਇਹਦੀ ਬੁੱਧੀ, ਇਹਦਾ ਹਿਰਦਾ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਨਹੀਂ ਭੇਜਦਾ। ਨਾਮ ਸਿਮਰਨ ਦੀ ਮਹਾਨਤਾ ਇਸ ਸਮੇਂ ਵਿੱਚ ਹੈ। ਬਾਕੀ ਸਾਧਨ ਕਰਨੇ ਤੇ ਫਜ਼ੂਲ ਮੰਨੇ ਨੇ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੂਲੋ। ਸਤਿਗੁਰੂ ਜੀ ਕਹਿੰਦੇ ਨੇ ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਤਿਗੁਰੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ। ਐਸ ਸਮੇਂ ਵਿੱਚ ਸਿਰਫ ਨਾਮ ਦੀ ਮਹਾਨਤਾ। ਜਿਵੇਂ ਦਵਾਈ ਮੈਡੀਸਨ ਦੀ ਡੇਟ ਲੰਘ ਜਾਂਦੀ ਨਾ, ਡੇਟ ਲੰਘੀ ਹੋਈ ਮੈਡੀਸਨ ਦਵਾਈ ਔਸ਼ਧੀ ਵਰਤੋਗੇ, ਹੋ ਸਕਦਾ ਫਾਇਦਾ ਕਰੇ ਪਰ ਬਹੁਤ ਘੱਟ। ਥੋੜਾ ਬਹੁਤਾ ਕਰ ਸਕਦੀ ਹੈ ਪਰ ਬਹੁਤ ਘੱਟ, ਤਿਲ ਮਾਤਰ। ਜੇ ਕੋ ਪਾਵੈ ਤਿਲ ਕਾ ਮਾਨ,
ਇੰਨਾ ਕੀ ਬਸ। ਜਾਂ ਜੇ ਕੋ ਪਾਵੇ ਤਿਲਕਾ ਮਾਨ, ਤਿਲਕ ਜਾਊਗਾ ਉਹ ਫਲ ਰਹੂਗਾ ਨਹੀਂ, ਛੇਤੀ ਖਤਮ ਹੋਊਗਾ। ਹੁਣ ਇੱਕ ਡੇਟ ਲੰਘੀ ਹੋਈ ਮੈਡੀਸਨ ਹੈ ਤਾਂ ਮੈਡੀਸਨ ਦੀ ਦਵਾਈ ਹੈ, ਪਰ ਇੱਕ ਦੀ ਡੇਟ ਹੈ ਚੱਲਦੀ ਪਈ ਹੈ। ਦੋਵਾਂ ਚੋਂ ਕਿਹੜੀ ਖਾਓਗੇ ਡਾਕਟਰ ਤੋਂ ਲੈ ਕੇ? ਤਾਂ ਇਸ ਕਰਕੇ ਇਹ ਜਿੰਨੇ ਸਾਧਨ ਨੇ ਪਿਛਲੇ ਯੁੱਗਾਂ ਵਿੱਚ ਲੋਕ ਕਰਦੇ ਸੀ, ਪਰ ਕਲਯੁੱਗ ਦੇ ਵਿੱਚ ਸਿਰਫ ਤੇ ਸਿਰਫ ਨਾਮ ਦੀ ਪ੍ਰਧਾਨਤਾ ਹੈ। ਧਾਰਮਿਕ ਗ੍ਰੰਥਾਂ ਵਿੱਚ ਬੜਾ ਸੋਹਣਾ ਲਿਖਿਆ, ਚਾਹੋਂ ਯੁੱਗ ਚਾਹੋਂ ਸ਼ੁਰਤੀ, ਚਾਰ ਯੁੱਗਾਂ ਵਿੱਚ ਚਾਰੇ ਵੇਦਾਂ ਵਿੱਚ ਸਿਰਫ ਨਾਮ ਦੀ ਮਹਾਨਤਾ ਹੈ। ਇਸ ਕਰਕੇ ਨਾਮ ਜਪਣਾ ਚਾਹੀਦਾ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ। ਨਾਮ ਜਪਦੇ ਰਹਿਣਾ ਚਾਹੀਦਾ ਹੈ। ਰੱਬ ਨਿਰਾਕਾਰ ਹੈ ਕਿ ਸਾਕਾਰ ਹੈ, ਇਹੋ ਜਿਹੀ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਬਸ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਚਾਹੀਦਾ। ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਸਾਵਧਾਨੀ ਹੀ ਸਾਧਨਾ ਹੈ, ਸਾਧਨਾ ਹੀ ਸਾਵਧਾਨੀ। ਨਾਮ ਤਾਂ ਜਪਦੇ ਪਰ ਸਾਵਧਾਨੀ ਨਹੀਂ ਤਾਂ ਵੀ ਧਿਆਨ ਹੋਰ ਪਾਸੇ ਜਾਂਦਾ ਹੈ। ਮਾਨਸਿਕ ਜਪ ਨਾਲੋਂ ਜ਼ੁਬਾਨ ਨਾਲ ਜਪਣ ਦੇ ਨਾਲ ਸਾਵਧਾਨੀ ਜ਼ਿਆਦੀ ਰਹਿੰਦੀ ਹੈ। ਮਨ ਵਿੱਚ ਜਪਦੇ ਹੋ, ਕੀ ਪਤਾ ਮਨ ਕਿਤੇ ਤੁਰਿਆ ਫਿਰਦਾ ਹੈ। ਜ਼ੁਬਾਨ ਨਾਲ ਜਪਣ ਦਾ ਜ਼ਿਆਦਾ ਲੱਗ। ਅੱਜ ਕੱਲ੍ਹ ਦੇਖੋ ਆਪਣੇ ਪਾਲਿਸੀ ਚੱਲਦੀ ਹੈ ਨਾ, ਬੀਮਾ ਪਾਲਿਸੀ, ਇੰਸ਼ੋਰੈਂਸ ਜਾਂ ਬੀਮਾ। ਜਾਂ ਬੀਮਾ ਕੀ ਹੁੰਦਾ ਹੈ? ਬੀਮਾ ਜਿਹੜਾ ਕਰਾ ਲੈਂਦਾ, ਉਹਦੀ ਕੋਈ ਚੀਜ਼ ਦਾ ਐਕਸੀਡੈਂਟ ਹੋ ਜੇ ਤਾਂ ਉਹਨੂੰ ਨੁਕਸਾਨ ਨਹੀਂ ਹੁੰਦਾ, ਉਹ ਮੋੜ ਆਉਣੇ ਨੇ ਉਹਨੇ ਹੀ। ਜਿਹੜਾ ਨਾਮ ਜਪਦੇ ਰਹਿਣਾ ਇਹ ਤਾਂ ਬੀਮਾ ਕਰਾਉਣਾ ਹੈ। ਜਦ ਕਦ ਵੀ ਮੌਤ ਹੋਵੇ, ਜਵਾਨੀ ਵਿੱਚ ਹੋਵੇ, ਬੁਢੇਪੇ ਵਿੱਚ ਹੋਵੇ, ਅੰਦਰ ਹੋਵੇ ਬਾਹਰ ਹੋਵੇ, ਕਿਤੇ ਹੋਵੇ, ਨੁਕਸਾਨ ਨਹੀਂ ਕੋਈ ਹੋਊਗਾ ਜਿਹੜਾ ਨਾਮ ਜਪਦਾ ਹੋਇਆ ਸਰੀਰ ਛੱਡੂ। ਇਸ ਕਰਕੇ ਨਾਮ ਜਪਣਾ ਤੇ ਪਾਲਿਸੀ ਹੈ, ਬੀਮਾ ਹੈ। ਕਰਾ ਛੱਡੋਗੇ ਤੇ ਚੰਗੇ ਰਹੋਗੇ, ਨੁਕਸਾਨ ਨਹੀਂ ਰਵੇ। ਤਾਂ ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਾਮ ਨਾ ਭੀਜੈ ਸਾਚ ਨਾਏ। ਜਿੰਨਾ ਚਿਰ ਨਾਮ ਦੇ ਵਿੱਚ ਬੁੱਧੀ ਨਹੀਂ ਭੇਜਦੀ, ਉਹਨਾਂ ਚਿਰ ਕੁਝ ਪ੍ਰਵਾਨ ਨਹੀਂ। ਤੇ ਜਿਨ੍ਹਾਂ ਨੇ ਨਾਮ ਜਪਿਆ, ਨਾਮ ਏਕਾ ਹੈ, ਬਾਕੀ ਸਭ ਸਿਫਰ ਬਣ ਕੇ ਪ੍ਰਵਾਨ ਹੋ ਜਾਂਦੇ ਹਨ। ਰਹਾਉ ਤੋਂ ਬਾਅਦ ਸਤਿਗੁਰੂ ਜੀ ਫਰਮਾਉਂਦੇ ਨੇ, 10:8 ਲਿਖੇ ਹੋਵਹਿ ਪਾਸ, ਚਾਰੇ ਵੇਦ ਮੁਖਾਗਰ ਪਾਠ। ਏਡਾ ਵੱਡਾ ਵਿਦਵਾਨ ਹੋਵੇ, 10 ਤੇ 8 18 ਪੁਰਾਣ ਲਿਖ ਕੇ ਆਪਣੇ ਝੋਲੇ ਵਿੱਚ ਆਪਣੇ ਪਾਸ ਰੱਖਦਾ ਹੋਵੇ, ਔਰ 4 ਵੇਦ ਮੁਖਾਗਰ ਪਾਠ ਜ਼ਬਾਨੀ ਯਾਦ ਹੋਣ ਜਾਂ ਮੁਖ ਦੇ ਅੱਗੇ ਹੋਣ, ਪੱਤਰਾ ਦੇਖਣ ਦੀ ਲੋੜ ਨਹੀਂ, ਇੱਕ ਪੰਕਤੀ ਦੇਖੇ ਬਾਕੀ ਸਾਰਾ ਹੀ ਪੱਤਰਾ ਪੜ੍ਹ ਦਵੇ, ਐਸਾ ਮਿਹਨਤੀ ਹੋਵੇ, ਮੁਖ ਦੇ ਅੱਗੇ ਹੋਣ ਸਾਰੇ। ਪੁਰਬੀ ਨਹਾਵੈ ਵਰਨਾ ਕੀ ਦਾਤ, ਤੇ ਪੁਰਬ ਵਾਲੇ ਦਿਨ ਤੀਰਥਾਂ ਦੇ ਉੱਪਰ ਜਾ ਕੇ ਨਹਾਵੇ, ਔਰ ਵਰਨ ਤੇ ਆਸ਼ਰਮ ਮੁਤਾਬਕ ਦਾਨ ਕਰੇ। ਹੁਣ ਪੁਰਬ ਕਿਹੜੇ ਨੇ? ਜਿਵੇਂ 12 ਸਾਲਾਂ ਬਾਅਦ ਕਹਿੰਦੇ ਕੁੰਭ ਲੱਗਦਾ ਹੈ, ਉਦੋਂ ਇਸ਼ਨਾਨ ਕਰੇ, ਜਾਂ ਅਰਧ ਕੁੰਭੀ 6 ਸਾਲਾਂ ਬਾਅਦ, ਜਾਂ ਫਿਰ ਪੁਰਬਾਂ ਵਾਲੇ ਦਿਨ ਸੰਗਰਾਂਦ, ਮੱਸਿਆ ਪੁੰਨਿਆ ਆਦਿਕ ਜਿਹੜੇ ਖਾਸ ਦਿਨ ਮੰਨੇ, ਉਦਣ ਇਸ਼ਨਾਨ ਕਰੇ ਕਿਤੇ ਜਾ ਕੇ, ਔਰ ਵਰਨ ਆਸ਼ਰਮ ਮੁਤਾਬਕ ਦਾਨ ਕਰੇ। ਬ੍ਰਾਹਮਣ ਨੂੰ ਸੂਰਜ ਦਾ ਦਾਨ ਕਰੇ। ਹੁਣ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਗ੍ਰੰਥਾਂ ਵਿੱਚ, ਰਾਹੂ ਕੇਤੂ ਸ਼ਨੀ, ਇਹਨਾਂ ਦਾ ਦਾਨ ਨੀਵੀਂ ਜਾਤ ਵਾਲੇ ਨੂੰ ਕਹਿੰਦੇ ਕਰੇ, ਬਿਮਾਰ ਨੂੰ ਕਰੇ, ਰੋਗੀ ਨੂੰ ਕਰੇ।
इदां जात पात मुताबक दान भी मन्ने भी किहड़ा दान किनू देना, नीवे नू शूदर नू कहिंदे एवें दिहाड़ी दे छड्डे बस इन्ना की करे। इदां इन्हां सब कुछ है वंडिया है। वर्त नेम करे दिन रात, ऐस समय विच कलयुग दे समय विच वर्त रखे। सिखां दे विच भी आदत पै गई करवा चौथ दी बीबियां घर वाले नूं खुश कर दो ही वैसे रखी जांदियां, अंदरों भावें दुखी होण भी असीं तेरी लंबी उम्र दी कामना करदियां। घर वाला प्रसन्न होवे फिर चंगे सूट लैके आवे, गहना गट्टा बना के दवे, पैसे हाथे रखे। गल ते इन्नी की है। अब सिखां दे विच भी करवा चौथ आदਿਕ रिवाज पै गए, पर महाराज ने इन्हां वर्तां दी मनाही कीती। नाम अगे सारे वर्त फेल ने, जीरो ने। नाम दी महानता है। और जिहड़ा संसार दे विच आया उन्हें जाना ते है ही। जे वर्त रखिया कोई बचदा हुंदा ते अज तक ते कोई मरिया ही ना हुंदा फिर। तां इस करके वर्त रखे। हुण वर्त भी किन्ने आ रख सकदा कोई भी? वर्त किन्ने आ? राजा भोज दे राज दे विच राज मारतंड ग्रंथ दे विच लिखिया है कि 24 वर्त रखने चाहिए हैं। और होम आदिक ग्रंथां दे विच लिखिया है इन्ने वर्त 700 वर्त रखना चाहिए है। और जिहड़े दूसरे गोपीनाथ आदिक उन्हां दे ग्रंथ ने उन्हां विच लिखिया है कि 1622 वर्त रखने चाहिए हैं। रख सकता कोई? मुश्किल गल। वैसे 3 तरह के होंदे, नित, निमित ते काम। 3 तरह के वर्त मन्ने जाते। नित वर्त मैंने कौड़ा नहीं बोलना, निंदिया नहीं करनी, परमात्मा ते यकीन रखना, ये कोई माड़ी गल नहीं। निमित कर्म होंदे, कोई पाप हो जाए कृष्ण चंद्रायण वर्त रखना, कोई पाप हो गया इस करके उन्होंने कट्टण वास्ते रखना। और काम कोई इच्छा पूरी ना होंदी होवे उहदे वास्ते कोई विशेष करना। तां गुरबाणी दे विच तां महाराज जी ने गल ही निबेड़ दित्ती। सुखमनी साहब दे विच धन गुरु अर्जन देव साहब जी ने छड्डिया ही कुछ नहीं, सब कुछ गिणाता। महाराज कहंदे जाप ताप ज्ञान सब ध्यान, खट शास्त्र सिमरत वखियान, योग अभ्यास आ एक एक चीज गिनी चलो। योग अभ्यास कर्म धर्म करिया, सगल त्याग बन मध्य फिरिया, पुन दान होमे बहु रत्ना। और फिर शरीर कटाए होमे कर राती, वर्त नेम करे बहु भाती, नहीं तुल राम नाम विचार, नानक गुरमुख नाम जपिए। फिर अगे महाराज ने छड़ी कोई कसर, 9 खंड पृथ्वी फिरे चिरजीवे, महा उदास तपीसर थीवे, अगन माहे होमत प्राण, कनक असवर हैवर भूम दान, न्योली कर्म करे बहु आसर, जैन मार्ग संजम अत साधन। हुण इस तो अगे की आ बई अपना शरीर तिल मात्र बरीक बरीक वढ के कहिंदे भावें हवन कर लै, निमख निमख कर शरीर कटावे, तो भी होमै मैल न जावे। हर के नाम समसर कछ ना है, नाम दे बराबर कुछ नहीं। गुरु घर च नाम दी प्रधानता है, जां सेवा दी प्रधानता जां नाम दी। बाकी जे कोई अपने आप फसिया फिरे तो ओहदी मर्जी है। अपने आप समा खराब करना चाहे तो जिन्ना मर्जी करे। तो महाराज कहिंदे भावें वर्त करे, नेम यम आदिक साधन करके योगा अभ्यास करे, जां वर्तां दा बंधेज रखे, नेम रखे, दिन रात करे। इथों तक महाराज जी ने एक धर्म नूं उपदेश दिता। हुण सतगुरु सारियां दे सांझे सी। कोई होया संसार दे विच जदों वो चढ़ाई कीता होवे रहबर, ते 2 धर्म वालियां ने 2 जगह बना के सांझी कंध रख के उन्होंने मन्निया होवे। श्री गुरु नानक देव साहब जदों ज्योति जोत समाए तां इतिहास की पहली घटना वा विश्व के इतिहास की भी, एक रहबर जदों समाया तां 2 धर्म हिंदू ते मुसलमान
हिंदुआं ने उन्हां दी सिखां ने समाध बनाई ते मुसलमानां ने उत्थे मकबरा बनाया ते कंध दोवां दी सांझी। भाई केसर सिंह जी महाराज लिखते ने, खब्बे कूप सज्जे मसीत, ओ पढ़न नमाज कलमा ते नमाजा, इधरों आवन शब्द चौंकी दियां आवाजां, सांझी कंध उधर कलमा पढ़न नमाजा पढ़न ते इधर शब्दां दियां आवाजां आउण, इधर गुरबाणी गाई जावे। इको एक दुनिया दा रहबर जिन्हों दो धर्मां ने अपना पूजनीक नानक शाह फकीर, हिंदू का गुरु मुसलमान का पीर, तां ऐसे सतगुरु जी। पर बाद दे विच रावी दरिया इहो जिहा चढ़िया, उन्हें रहन ही कुछ नहीं दिता। क्यों महाराज ने जो करतारपुर साहब वसाया तां करोड़िए सेठ ने बेनती की भी अपने नां ते वसाओ। महाराज कहते नहीं भाई, रब दे नां ते वसाउणा करतारपुर। इस करके फिर अजकल उत्थे गुरु घर सुशोभत आ जी दे दर्शन गुरु ने जे कृपा की, इहो जिहा माहौल बनया रहा तो आने वाले समय च सिख संगतां करनगी। तां ऐसे सच्चे पातशाह फिर अगे मुसलमान धर्म दे कर्म कांड करन वालियां नूं उपदेश दिंदे, काजी मुल्ला होवै सेख, जोगी जंगम भगवे भेख। काजी होवे शरा दा ज्ञाता, मुसलमानां दे किरिया तलीम असूल उन्हां दा ज्ञाता, उन्होंने पता हुंदा भी की करना की नहीं करना मुसलमान ने। ते मुल्ला जिहड़ा मकतब दे विच बच्चियां नूं पढ़ाउंदा है। शेख वड्डी जाति वाले, जिवें हिंदू धर्म विच ब्राह्मण नूं उच्च जाति दा मन्निया जांदा, मुसलमानां नूं शेख बिरध जाति दा मन्निया जांदा है। ये भी भावें होवे जोगी बन जे, जंगम भगवान शिव जी का विआह गाउण वाले, और भंगवे रंग दे भावें भेख भेख कर ले, भावें काले कपड़े पाउंदा होवे, भावें भंगवे पाउंदा होवे। आ बोधी जिहड़े लाल जे भाव मारन वाले पाउंदे हन, भावें चिट्टे पाउंदा होवे, किसी तरह का भी भेख बना ले। को गिरही कर्मा की संद, ते गृहस्थी होवे ते गृहस्थी दे जिन्ने कर्म शास्त्रां विच कथन कीते ने साध संगत जी, जे गिणन लगीए, जे उन्हां दी सारी व्याख्या कर लगीए, लिखण लगीए, ते घट्टो घट 405 या 500 पत्रे दी किताब बन जाती है। जन्म तो पहला ही शुरू हो जाते ते मरण तो बाद तक भी चलते आ सारे संस्कार। ये सारे गृहस्थी हो के भी भावें करता होवे, कर्मां दी संध कर्मां दी मिलाउणी च मिलिया होवे, कर्मकांडी होवे, पर जे वाहिगुरू दे नाम दी महानता नहीं ना जानदा, नाम नहीं जपिया, नाम दी कमाई नहीं करदा, तां महाराज कहंदे बिन बूझे सब खड़िए संबंध। वाहिगुरू दे नाम दी ज्ञात तो रहत सब बन के जमदूत खड़ियस लै जांदे हन, अगे तोड़ लेंदे हन, लेखे नहीं पैंदे हन। जेते जी लिखी सिरकार, जिन्ने भी जीव ने सबना दे सिर उपर वाहिगुरू दी हुक्म रूपी कार लेख लिखिया होया। करनी उपर होवग सार, गल्लां बातां नाल कुछ नहीं हुंदा, जेहो जी किसी दी करनी आ कमाई आ, ओहो जी उहदी सार होवेगी, संभाल होवेगी, फल मिलेगा, सत्कार मिलेगा, पदवी मिलेगी, जिद्दां दा किसी ने कर्म कीता है। इत्थे गल्लां नाल कुछ नहीं हुंदा है। जिवें एक तां हो गई ना धरती, एक हो गया मौसम वातावरण क्लाइमेट कह लो, एक हो गया बीज, और एक हो गई मेहनत। चार चीजां होण ते फल पैदा हुंदा।
ਜਿਹੜਾ ਆਪਾਂ ਨੂੰ ਜਨਮ ਮਿਲ ਗਿਆ ਇਹ ਕੀ ਹੋ ਗਈ? ਧਰਤੀ। ਕਰਮਾਂ ਨੂੰ ਸਮਝਣ ਦਾ ਸੌਖਾ ਤਰੀਕਾ। ਹੁਣ ਜਨਮ ਮਿਲ ਗਿਆ ਇਹ ਕੀ ਹੋ ਗਈ? ਧਰਤੀ। ਵਾਤਾਵਰਨ ਕਿਹੜਾ ਚੱਲਦਾ ਪਿਆ? ਸਰਦੀ ਗਰਮੀ ਮੌਸਮ ਕਿਹੜਾ ਚੱਲਦਾ ਪਿਆ? ਕਲਯੁਗ ਦਾ। ਇਹ ਕੀ ਹੋ ਗਿਆ? ਕਲਾਈਮੇਟ। ਹੁਣ ਜੇ ਬੀਜੀਏ ਕੁਝ ਨਾ ਧਰਤੀ ਹੋਵੇ ਤੇ ਤੁਹਾਨੂੰ ਪਤਾ ਘਾਹ ਆਪਣੇ ਆਪ ਉੱਗ ਪੈਂਦਾ। ਉਹ ਤਾਂ ਕੋਈ ਚੰਗਾ ਫਲ ਨਾ ਹੋਇਆ ਧਰਤੀ ਦਾ, ਜ਼ਮੀਨ ਦਾ। ਘਾਹ ਤੇ ਆਪਣੇ ਆਪ ਹੀ ਉੱਗ ਪੈਂਦਾ, ਉਹ ਵਧੀਆ ਫਲ ਹੈ। ਤੇ ਜੇ ਧਰਤੀ ਤੇ ਮੌਸਮ ਤੇ ਬੀਜ ਬੀਜਿਆ ਚੰਗਾ ਤੇ ਨਾਲ ਮਿਹਨਤ ਕੀਤੀ, ਰਾਖੀ ਕੀਤੀ, ਪਾਣੀ ਦਿੱਤਾ, ਤਾਂ ਫੇਰ ਕੀ ਪੈਦਾ ਹੁੰਦਾ? ਫਲ। ਇਸ ਤਰ੍ਹਾਂ ਜੇ ਕੋਈ ਕਰਮ ਕਰੇ ਤਾਂ ਫੇਰ ਉਹਨੂੰ ਸਾਧ ਸੰਗਤ ਜੀ ਵਾਹਿਗੁਰੂ ਦੀ ਪ੍ਰਾਪਤੀ, ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਉਹ ਹੁੰਦੀ ਹੈ। ਤੇ ਜੇ ਛੱਡੇ ਬੈਠਾ ਰਵੇ ਵੀ ਮੈਂ ਕੁਝ ਨਹੀਂ ਕਰਨਾ, ਫਿਰ ਤੇ ਘਾਹ ਵਰਗਾ ਹੀ ਫਲ ਮਿਲੇਗਾ। ਜੇ ਹੱਥ ਨਾ ਹਿਲਾਵੇਗਾ, ਕੁਝ ਨਾ ਕਰੇ, ਤਾਂ ਕਰਮਾਂ ਉੱਪਰ ਸਾਰ ਹੈ, ਨਿਬੜਦਾ ਹੈ। ਹੁਕਮ ਕਰਹਿ ਮੂਰਖ ਗਾਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਜਿਹੜੇ ਰਿੱਧੀ ਸਿੱਧੀ ਪ੍ਰਾਪਤ ਕਰਕੇ ਹੁਕਮ ਕਰਦੇ ਆ ਨਾ ਰੱਬ ਉੱਤੇ, ਸਾਡੇ ਸੇਵਕ ਦਾ ਕੰਮ ਕਰਦੇ, ਨਹੀਂ ਤੇ ਮੈਂ ਗੁੱਸੇ ਹੋ ਜਾਣਾ, ਨਹੀਂ ਤੇ ਮੈਂ ਮੰਨਣਾ ਨਹੀਂ ਜੇ ਮੇਰੇ ਚੇਲੇ ਦਾ ਕੰਮ ਨਾ ਕੀਤਾ। ਇਹ ਜਿੰਨੇ ਲੋਕ ਨੇ ਇਹੋ ਜਿਹੇ, ਇਹ ਗਵਾਰ ਨੇ, ਬੇਸਮਝ ਨੇ। ਨਾਨਕ ਸਾਚੇ ਕੇ ਸਿਫਤ ਭੰਡਾਰ। ਉਸ ਸੱਚੇ ਪ੍ਰਭੂ ਦੀ ਸਿਫਤ ਕਰਨ ਵਾਲਿਆਂ ਦੇ ਹਿਰਦੇ ਨਾਮ ਭਗਤੀ ਰੂਪ ਭੰਡਾਰਿਆਂ ਦੇ ਨਾਲ ਭਰੇ ਰਹਿੰਦੇ ਨੇ। ਇਹ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾ ਕਰਕੇ ਦਿੱਤਾ। ਭੁੱਲ ਚੁੱਕ ਦੀ ਖਿਮਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ, ਇਸੇ ਤਰ੍ਹਾਂ ਸਤਿਕਾਰਯੋਗ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ, ਇਸੇ ਤਰ੍ਹਾਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਔਰ ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸਾਰੀਆਂ ਸੰਗਤਾਂ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ। ਫਤਿਹ ਬੁਲਾਈਏ। ਹੁਕਮ ਕਰਹਿ ਮੂਰਖ ਗਾਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਵਾਹਿਗੁਰੂ ਜੀ ਕਾ ਖਾਲਸਾ,